ਹੈਲੋ एवरीवन। ਅਗਰ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਇਹਦਾ ਮਤਲਬ ਹੋਇਆ ਕਿ ਤੁਸੀਂ ਕੁਝ ਨਵਾਂ ਸਿੱਖਣ ਦੇ ਚਾਹਵਾਨ ਹੋ। ਸੋ ਹਰ ਪਲ ਉਹ ਨੌਲੇਜ ਜੋ ਰੀਅਲ ਲਾਈਫ ਦੇ ਵਿੱਚ ਕੰਮ ਆਉਂਦੀ ਹੈ ਨੂੰ ਸਿੱਖਣ ਵਾਸਤੇ ਚੈਨਲ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਨੂੰ ਸਬਸਕ੍ਰਾਈਬ ਕਰ ਲਵੋ, ਕਿਉਂਕਿ ਇਸ ਚੈਨਲ ਦੇ ਥਰੂ ਸਿਰਫ ਉਹੀ ਜਾਣਕਾਰੀ ਦਿੱਤੀ ਜਾਂਦੀ ਹੈ ਜੋ ਜਾਣਕਾਰੀ ਆਪਣੀ ਰੀਅਲ ਲਾਈਫ ਦੇ ਵਿੱਚ ਕੰਮ ਆਉਂਦੀ ਹੈ। ਸੋ ਇਸੇ ਤਰ੍ਹਾਂ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਹਸਪੀਟਲ ਦੇ ਵਾਰਡ ਵਿੱਚ ਕਿਹੜੇ 10 ਉਹ ਇਨਸਟਰੂਮੈਂਟ ਹੁੰਦੇ ਹਨ ਜਿਹੜੇ ਕਿ ਹਰ ਹਸਪੀਟਲ ਕੋਲ ਹੋਣੇ ਹੀ ਚਾਹੀਦੇ ਹਨ ਤਾਂ ਕਿ ਉਹ ਐਮਰਜੈਂਸੀ ਹਰ ਪੇਸ਼ੈਂਟ ਦੇ ਨਾਲ ਚੰਗੀ ਤਰ੍ਹਾਂ ਡੀਲ ਕਰ ਸਕਣ। ਸੋ ਇਸ ਵੀਡੀਓ ਨੂੰ ਇਸ ਤਰ੍ਹਾਂ ਨਾ ਦੇਖੋ ਕਿ ਸਿਰਫ ਤੁਹਾਡੇ ਵਾਰਡ ਅਟੈਂਡੈਂਟ ਐਗਜ਼ਾਮ ਦੇ ਵਿੱਚ ਹੀ ਕੰਮ ਆਵੇ। ਇਸ ਨੂੰ ਇਸ ਤਰ੍ਹਾਂ ਵੀ ਦੇਖੋ ਕਿ ਪ੍ਰਮਾਤਮਾ ਨਾ ਕਰੇ ਕੱਲ ਆਪਾਂ ਕਿਸੇ ਹਸਪੀਟਲ ਜਾਣਾ ਪੈ ਜਾਂਦਾ ਆਪਾਂ ਨੂੰ ਆਪਣਾ ਕੋਈ ਮਰੀਜ਼ ਲੈ ਕੇ, ਤਾਂ ਆਪਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਕਿ ਉਸ ਹਸਪੀਟਲ ਦੇ ਕੋਲ ਇਹ ਸਾਰੇ ਇੰਸਟਰੂਮੈਂਟ ਹੈਗੇ ਨੇ ਜਾਂ ਨਹੀਂ ਹੈਗੇ, ਕਿ ਆਪਣੇ ਪੇਸ਼ੈਂਟ ਨੂੰ ਬਚਾਉਣ ਦੇ ਵਿੱਚ ਉਹ ਹਸਪੀਟਲ ਜਿਹੜਾ ਹੈਗਾ ਸਹੀ ਹੋ ਸਕਦਾ ਜਾਂ ਨਹੀਂ ਹੋ ਸਕਦਾ। ਸੋ ਬਿਨਾਂ ਟਾਈਮ ਵੇਸਟ ਕੀਤੇ ਸ਼ੁਰੂ ਕਰ ਦਿਆਂਗੇ ਇੰਸਟਰੂਮੈਂਟ ਦੇ ਬਾਰੇ ਜਾਣਕਾਰੀ। ਸੋ ਪਹਿਲਾ ਇੰਸਟਰੂਮੈਂਟ ਜਿਹੜਾ ਹਸਪੀਟਲ ਕੋਲ ਹੋਣਾ ਹੀ ਚਾਹੀਦਾ ਹੈ ਉਹ ਹੈ ਹਸਪੀਟਲ ਸਟ੍ਰੈਚਰ। ਓਕੇ, ਟਰਾਂਸਪੋਰਟਿੰਗ ਪੇਸ਼ੈਂਟ ਇਜ਼ ਵੈਰੀ ਇੰਪੋਰਟੈਂਟ ਵੈਨ ਡੀਲਿੰਗ ਵਿਦ ਐਮਰਜੈਂਸੀਜ਼। ਜਦੋਂ ਐਮਰਜੈਂਸੀ ਮਰੀਜ਼ ਆਉਂਦਾ ਹੈ ਤਾਂ ਉਹਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾਣਾ ਜਾਂ ਹਸਪੀਟਲ ਦੇ ਬਾਹਰੋਂ ਸਰਜੀਕਲ ਵਾਰਡ ਦੇ ਵਿੱਚ ਲੈ ਕੇ ਜਾਣਾ ਜਾਂ ਸਰਜੀਕਲ ਵਾਰਡ ਚੋਂ ਕਿਸੇ ਹੋਰ ਵਾਰਡ ਦੇ ਵਿੱਚ ਸ਼ਿਫਟ ਕਰਨਾ, ਤਾਂ ਉਹਦੇ ਲਈ ਐਮਰਜੈਂਸੀ ਮਰੀਜ਼ ਦੇ ਲਈ ਹਸਪੀਟਲ ਵਿੱਚ ਸਟ੍ਰੈਚਰ ਹੋਣਾ ਬਹੁਤ ਜ਼ਰੂਰੀ ਹੈ। ਦਿਸ ਪੀਸ ਆਫ ਇਕਵਿਪਮੈਂਟ ਇਜ਼ ਐਨ ਐਬਸੋਲੂਟ ਮਸਟ ਹੈਵ ਫॉर ਹਸਪੀਟਲ ਟੂ ਕੀਪ ਔਨ ਹੈਂਡਸ। ਮਤਲਬ ਇਹ ਬਿਲਕੁਲ ਤਿਆਰ ਹੋਣਾ ਚਾਹੀਦਾ ਹੈ ਕਿਉਂਕਿ ਮਰੀਜ਼ ਕਿਸੇ ਵੀ ਟਾਈਮ ਆ ਸਕਦਾ ਹੁੰਦਾ ਐਮਰਜੈਂਸੀ, ਤਾਂ ਇਹ ਸਟ੍ਰੈਚਰ ਹਰ ਹਸਪੀਟਲ ਦੇ ਵਿੱਚ ਰੈਡੀ ਹੋਣਾ ਚਾਹੀਦਾ, ਵਰਕੇਬਲ ਹੋਣਾ ਚਾਹੀਦਾ ਹੈ। ਸੋ ਇਸ ਇਮੇਜ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਸਟ੍ਰੈਚਰ ਕਿਸ ਤਰ੍ਹਾਂ ਦਾ ਦਿਖਦਾ ਹੈ ਤਾਂ ਤੁਸੀਂ ਪਹਿਚਾਨ ਕਰ ਸਕਦੇ ਹੋ। दूसरा इंस्ट्रूमेंट होना चाहिए है डिफिब्रिलेटर, कॉमनली यूज्ड इन लाइफ थ्रैटनिंग सिचुएशन सच एज कार्डिक अरिदमिया। मतलब वो मरीज़ जिन्हों का हार्ट सही तरीके नाल काम नहीं करता, वो ਜਾਂ ਤਾਂ ਲੋੜ ਤੋਂ ਘੱਟ ਧੜਕ ਰਿਹਾ ਹੈ ਜਾਂ ਵੱਧ ਧੜਕ ਰਿਹਾ ਹੈ, ਠੀਕ ਹੈ, ਤਾਂ ਵੱਧ ਧੜਕਣ ਨੂੰ ਆਪਾਂ ਟੈਕੀਕਾਰਡੀਆ ਕਹਿੰਦੇ ਹੈਗੇ। ਤਾਂ ਜਦੋਂ ਮਰੀਜ਼ ਦਾ ਹਾਰਟ ਸਹੀ ਤਰੀਕੇ ਨਾਲ ਜਿਹੜੀ ਉਹਦੀ ਹਾਰਟ ਬੀਟ ਆ ਉਹ ਸਹੀ ਨਹੀਂ ਚੱਲਦੀ ਤਾਂ ਉਹਦੇ ਲਈ ਇਹ ਇੰਸਟਰੂਮੈਂਟ ਯੂਜ਼ ਕੀਤਾ ਜਾਂਦਾ ਹੈ ਤਾਂ ਕਿ ਨੋਰਮਲ ਜਿਹੜੀ ਧੜਕਣ ਹੈ ਦਿਲ ਦੀ ਉਹਨੂੰ ਰੈਗੂਲੇਟ ਕੀਤਾ ਜਾ ਸਕੇ। ਓਕੇ, ਤਾਂ ਇਹ ਵੀ ਬਹੁਤ ਇੰਪੋਰਟੈਂਟ ਇੰਸਟਰੂਮੈਂਟ ਜੋ ਹਸਪੀਟਲ 'ਚ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਤੁਸੀਂ ਇਮੇਜ ਵਿੱਚ ਦੇਖ ਰਹੇ ਹੋ, ਇਹ ਇਸ ਦੀ ਪਹਿਚਾਣ ਤੁਸੀਂ ਕਰ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਡੀਫਿਬਰੀਲੇਟਰ ਦਿਖਦਾ ਹੈ। ਓਕੇ, ਤਾਂ ਤੀਸਰਾ ਇੰਸਟਰੂਮੈਂਟ ਆਪਾਂ ਗੱਲ ਕਰਾਂਗੇ ਐਨਾਸਥੀਸੀਆ ਮਸ਼ੀਨ। ਤਾਂ ਜਦੋਂ ਆਪਰੇਸ਼ਨ ਕਰਨਾ ਹੁੰਦਾ ਤਾਂ ਪੇਸ਼ੈਂਟ ਨੂੰ ਸੁੰਨ ਕਰਨਾ ਪੈਂਦਾ ਹੈਗਾ, ਜਿਹਨੂੰ ਆਪਾਂ ਐਨਾਸਥੀਸੀਆ ਕਹਿੰਦੇ ਹਾਂ। ਤਾਂ ਨਾਲ ਨਾਲ ਤੁਹਾਨੂੰ ਟਰਮਸ ਦੇ ਬਾਰੇ ਵੀ ਜਾਣਕਾਰੀ ਹੋ ਰਹੀ ਹੈ, ਠੀਕ ਹੈ। ਅੱਜ ਤੋਂ ਬਾਅਦ ਤੁਸੀਂ ਇਹ ਨਹੀਂ ਬੋਲੋਗੇ ਕਿ ਪੇਸ਼ੈਂਟ ਨੂੰ ਸੁੰਨ ਕਰਨਾ ਜਾਂ ਬੇਹੋਸ਼ ਕਰਨਾ, ਤੁਸੀਂ ਬੋਲੋਗੇ ਵੀ ਐਨਾਸਥੀਸੀਆ ਕਰਨਾ, ਠੀਕ ਹੈ। ਤਾਂ ਇੱਕ ਵਧੀਆ ਟਰਮੀਨੋਲੋਜੀ ਤੁਸੀਂ ਯੂਜ਼ ਕਰੋਗੇ ਤਾਂ ਸਾਹਮਣੇ ਵਾਲੇ ਬੰਦੇ ਨੂੰ ਲੱਗਦਾ ਕਿ ਹਾਂ ਯਾਰ ਇਹ ਬੰਦਾ ਪੜ੍ਹਿਆ ਲਿਖਿਆ ਹੈਗਾ ਗਾ, ਤਾਂ ਤੁਹਾਡੇ ਨਾਲ ਡਾਕਟਰ ਦੀ ਜਿਹੜੀ ਡੀਲਿੰਗ ਆ ਉਹਦੇ ਵਿੱਚ ਬਹੁਤ ਫਰਕ ਪੈ ਜਾਂਦਾ ਗਾ, ਠੀਕ ਹੈ ਜੀ। ਉਹ ਕਹਿੰਦੇ ਨੇ ਕਿ ਫਸਟ ਇੰਪ੍ਰੈਸ਼ਨ ਇਜ਼ ਦ ਲਾਸਟ ਇੰਪ੍ਰੈਸ਼ਨ। ਤਾਂ ਤੁਹਾਡੇ ਸ਼ਬਦਾਂ ਤੋਂ ਹੀ ਪਤਾ ਲੱਗ ਜਾਂਦਾ ਕਿ ਆਪਾਂ ਕਿੰਨੇ ਕੁ ਪਾਣੀ 'ਚ ਕਿੱਥੇ ਆਪਾਂ ਸਟੈਂਡ ਕਰਦੇ ਹਾਂ। ਸੋ ਐਨਾਸਥੀਸੀਆ ਮਸ਼ੀਨ ਜਿਹੜੀ ਹੈਗੀ ਹੈ ਇਹ ਹਰ ਹਸਪੀਟਲ 'ਚ ਹੋਣੀ ਚਾਹੀਦੀ ਹੈ। ਇਹ ਮੈਡੀਕਲ ਗੈਸਿਸ ਨੂੰ ਸਪਲਾਈ ਕਰਦੀ ਹੈਗੀ ਜਦੋਂ ਪੇਸ਼ੈਂਟ ਨੂੰ ਐਨਾਸਥੀਸੀਆ ਕਰਨਾ ਹੋਵੇ। ਸੋ ਅੱਜ ਕੱਲ੍ਹ ਜਿਹੜੀਆਂ ਐਨਾਸਥੀਸੀਆ ਮਸ਼ੀਨ ਆਉਂਦੀਆਂ ਨੇ ਉਹਦੇ ਵਿੱਚ ਵੈਂਟੀਲੇਟਰ, ਸਕਸ਼ਨ ਯੂਨਿਟ ਅਤੇ ਪੇਸ਼ੈਂਟ ਨੂੰ ਮੋਨੀਟਰ ਕਰਨ ਵਾਲੀਆਂ ਡਿਵਾਈਸਿਸ ਵੀ ਨਾਲ ਹੀ ਲੱਗੀਆਂ ਹੁੰਦੀਆਂ ਨੇ। ਜਿਸ ਤਰ੍ਹਾਂ ਤੁਸੀਂ ਇਸ ਇਮੇਜ 'ਚ ਦੇਖ ਰਹੇ ਹੋ, ਇਹ ਅੱਜ ਕੱਲ੍ਹ ਦੀ ਮਾਡਰਨ ਐਨਾਸਥੀਸੀਆ ਮਸ਼ੀਨ ਹੈ, ਠੀਕ ਹੈ। ਤਾਂ ਤੁਸੀਂ ਇਹਦੀ ਪਹਿਚਾਣ ਵੀ ਕਰ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਦਿਖਦੀ ਹੈ। ਅਤੇ ਹੁਣ ਆਪਾਂ ਗੱਲ ਕਰਾਂਗੇ ਚੌਥਾ ਇੰਸਟਰੂਮੈਂਟ ਜਿਹੜਾ ਹਸਪੀਟਲ 'ਚ ਹੋਣਾ ਚਾਹੀਦਾ ਹੈ, ਉਹ ਹੈ ਪੇਸ਼ੈਂਟ ਮੋਨੀਟਰ। Patient monitor are standard piece of medical equipment that keep accurate track of patient। ਮਤਲਬ ਇਹ ਬਿਲਕੁਲ ਨਾਲ ਦੀ ਨਾਲ ਦੱਸਦਾ ਰਹਿੰਦਾ ਕਿ ਪੇਸ਼ੈਂਟ ਦੀ ਸਹੀ ਸਥਿਤੀ ਕੀ ਹੈਗੀ ਆ ਜਦੋਂ ਪੇਸ਼ੈਂਟ ਡੂਰਿੰਗ ਸਰਜਰੀ ਹੋਵੇ ਜਾਂ ਫਿਰ ਆਫਟਰ ਸਰਜਰੀ, ਠੀਕ ਹੈ। ਤਾਂ ਉਹਦੀ ਕਿੰਨੀ ਹਾਰਟ ਬੀਟ ਇਸ ਟਾਈਮ ਚੱਲ ਰਹੀ ਹੈ, ਠੀਕ ਹੈ, ਜਾਂ ਫਿਰ ਹੋਰ ਵੀ ਜਿੰਨੇ ਪੈਰਾਮੀਟਰ ਹੁੰਦੇ ਨੇ ਜਿਹ ਤੋਂ ਆਪਾਂ ਚੈੱਕ ਕਰਦੇ ਕਿ ਪੇਸ਼ੈਂਟ ਸਹੀ ਕੰਡੀਸ਼ਨ 'ਚ ਹੈ ਜਾਂ ਨਹੀਂ ਹੈ, ਠੀਕ ਹੈ ਜੀ। ਤਾਂ ਇਹ ਅਡਲਟ, ਪੈਡੀਆਟ੍ਰਿਕ ਅਤੇ ਨਿਓਨੇਟਲ ਜਿਹੜੇ ਮਤਲਬ ਨਵ ਜਨਮੇ ਬੱਚੇ ਹੁੰਦੇ ਨੇ ਤਾਂ ਸਾਰਿਆਂ ਦੇ ਲਈ ਇਹ ਜ਼ਰੂਰੀ ਹੁੰਦਾ ਪੇਸ਼ੈਂਟ ਮੋਨੀਟਰ। ਸੋ ਇਸ ਤਰ੍ਹਾਂ ਦਾ ਮੋਨੀਟਰ ਤੁਸੀਂ TV ਦੇ ਵਿੱਚ ਜ਼ਰੂਰ ਦੇਖਿਆ ਹੋਵੇਗਾ, ਜੇ ਰੀਅਲ 'ਚ ਨਹੀਂ ਵੀ ਦੇਖਿਆ ਹੋਵੇਗਾ, ਠੀਕ ਹੈ। ਤਾਂ ਇਹ ਵੇਵਸ ਦਿਖਾਈਆਂ ਜਾਂਦੀਆਂ ਨੇ, ਤਾਂ ਜਦੋਂ ਇਹ ਵੇਵ ਸਟਰੇਟ ਹੋ ਜਾਂਦੀ ਹੈ ਮਤਲਬ ਪੇਸ਼ੈਂਟ ਡੈਥ ਹੋ ਚੁੱਕੀ ਹੈ। ਪੰਜਵਾਂ ਇੰਸਟਰੂਮੈਂਟ ਆਉਂਦਾ ਹੈ ਜੀ ਸਟਰਲਾਈਜ਼ਰ। ਓਕੇ, ਸਟਰਲਾਈਜ਼ਰ ਮਤਲਬ ਜਿਹੜਾ ਐਂਟੀਸੈਪਟਿਕ ਕਰੂਗਾ ਚੀਜ਼ਾਂ ਨੂੰ,
ਜਿਹੜੇ ਵੀ ਇੰਸਟਰੂਮੈਂਟ ਜਾਂ ਕੋਈ ਵੀ ਲਾਈਨਨਸ, ਕੋਈ ਬੈੱਡ ਸ਼ੀਟਸ, ਕੋਈ ਕਾਟਨ, ਕੁਝ ਵੀ ਹਸਪੀਟਲ 'ਚ ਯੂਜ਼ ਹੋ ਰਿਹਾ ਹੈਗਾ ਤਾਂ ਉਹਨੂੰ ਕੀਟਾਣੂ, ਜੀਵਾਣੂ ਆਦਿ ਤੋਂ ਮੁਕਤ ਕਰਨ ਦੇ ਲਈ ਸਟਰਲਾਈਜ਼ਰ ਮਸ਼ੀਨਾਂ ਵਰਤੀਆਂ ਜਾਂਦੀਆਂ ਨੇ। ਹਸਪੀਟਲ ਸਟਰਲਾਈਜ਼ਰ ਕਿਲ ਆਲ ਫਾਰਮ ਆਫ ਮਾਈਕਰੋਬੀਅਲ ਲਾਈਫ, ਇਹ ਸਾਰੇ ਮਾਈਕਰੋਬ ਨੂੰ, ਸਾਰੇ ਪੈਥੋਜਨ ਨੂੰ ਮਾਰ ਦਿੰਦਾ ਗਾ। ਕੋਈ ਵੀ ਫੰਗਸ ਹੋਵੇ, ਬੈਕਟੀਰੀਆ, ਵਾਇਰਸ ਜਾਂ ਉਹਦੀਆਂ ਸਪੋਰ ਹੋਣ ਵਾਇਰਸ ਦੀਆਂ ਜਾਂ ਬੈਕਟੀਰੀਆ ਦੀਆਂ, ਠੀਕ ਹੈ। ਆਲ ਅਦਰ ਐਂਟੀਟੀਜ਼ ਪ੍ਰੈਜ਼ੈਂਟ ਔਨ ਸਰਜੀਕਲ ਟੂਲ, ਮਤਲਬ ਜਿਹੜੇ ਸਰਜਰੀ ਦੇ ਵਿੱਚ ਇੰਸਟਰੂਮੈਂਟ ਯੂਜ਼ ਹੁੰਦੇ ਨੇ ਡਾਕਟਰ ਦੇ, ਤਾਂ ਉਹਨਾਂ ਦੇ ਉੱਪਰ ਵੀ ਕੋਈ ਕੰਟੈਮੀਨੇਸ਼ਨ ਅਗਰ ਹੈ, ਕੋਈ ਦੂਸ਼ਿਤ ਕਣ ਜਿਹੜੇ ਹੈਗੇ ਨੇ, ਤਾਂ ਉਹਨਾਂ ਨੂੰ ਖਤਮ ਕਰਨ ਦੇ ਲਈ ਸਟਰਲਾਈਜ਼ਰ ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਆਟੋਕਲੇਵ ਸਟਰਲਾਈਜ਼ਰ ਹਸਪੀਟਲ ਦੇ ਵਿੱਚ ਹੁੰਦੇ ਹਨ, ਜੋ ਹਾਈ ਪ੍ਰੈਸ਼ਰ ਦੇ ਉੱਪਰ ਸਟੀਮ ਨਾਲ ਬਹੁਤ ਥੋੜੇ ਸਮੇਂ ਦੇ ਵਿੱਚ ਹਸਪੀਟਲ ਇਕਵਿਪਮੈਂਟਸ ਨੂੰ ਆਟੋਕਲੇਵ ਕਰਕੇ ਮਤਲਬ ਸਟਰਲਾਈਜ਼ ਕਰ ਦਿੰਦੇ ਹਨ, ਮਤਲਬ ਇਨਫੈਕਸ਼ਨ ਤੋਂ ਮੁਕਤ ਕਰ ਦਿੰਦੇ ਹਨ। ਨੈਕਸਟ ਆਪਣਾ ਆਉਂਦਾ ਗਾ 6ਵਾਂ ਇੰਸਟਰੂਮੈਂਟ ਜਿਹੜਾ ਹਸਪੀਟਲ 'ਚ ਹੋਣਾ ਚਾਹੀਦਾ ਹੈ, ਉਹ ਹੈ ECG ਮਸ਼ੀਨ ਜਾਂ ਫਿਰ EKG ਮਸ਼ੀਨ ਵੀ ਇਹਨੂੰ ਕਹਿ ਦਿੰਦੇ ਨੇ, ਇਲੈਕਟ੍ਰੋਕਾਰਡੀਓਗ੍ਰਾਮ, ਠੀਕ ਹੈ। ਇਹ ਰਿਕਾਰਡ ਕਰਦੀ ਹੈਗੀ ਇਲੈਕਟ੍ਰੀਕਲ ਐਕਟੀਵਿਟੀ ਆਫ ਹਾਰਟ, ਮਤਲਬ ਜਿਹੜਾ ਪੇਸ਼ੈਂਟ ਹਸਪੀਟਲ ਦੇ ਵਿੱਚ ਆਇਆ ਹੈਗਾ ਤਾਂ ਉਸਦੇ ਹਾਰਟ ਦੀ ਕਿਹੜੀ ਇਸ ਟਾਈਮ ਕੀ ਗਤੀਵਿਧੀ ਚੱਲ ਰਹੀ ਹੈ, ਠੀਕ ਹੈ। ਪੂਰੇ ਟਾਈਮ ਦੇ ਦੌਰਾਨ ਕਿਸ ਤਰ੍ਹਾਂ ਹਾਰਟ ਕੰਮ ਕਰ ਰਿਹਾ ਹੈ, ਤਾਂ ਉਹਦੀ ਸਾਰੀ ਇਲੈਕਟ੍ਰੀਕਲ ਗਤੀਵਿਧੀਆਂ ਨੂੰ ਨੋਟ ਕਰਨ ਦੇ ਲਈ ECG ਮਸ਼ੀਨ ਵਰਤੀ ਜਾਂਦੀ ਹੈ, ਠੀਕ ਹੈ। ਤੇ ਇਸ ਤਰ੍ਹਾਂ ਇਹ ਮਸ਼ੀਨ ਦਿਖਦੀ ਹੈ। ਇਹਦੇ 'ਚ 3 ਚੈਨਲ, 5 ਚੈਨਲ, ਇਸ ਤਰ੍ਹਾਂ ਅਲੱਗ-ਅਲੱਗ ਮਸ਼ੀਨ ਆਉਂਦੀਆਂ ਹਨ, ਜੋ ਕਿ ਤੁਸੀਂ ਇਹਦੀਆਂ ਦੇਖ ਰਹੇ ਹੋ ਕਲਰਫੁਲ ਜਿਹੜੀਆਂ ਪਾਰਟ ਦਿਖ ਰਹੇ ਇਸ ਇਮੇਜ ਦੇ ਵਿੱਚ, ਇਹ ਇਹਦੇ ਇਲੈਕਟ੍ਰੋਡ ਹੁੰਦੇ ਨੇ, ਓਕੇ। ਇਹਨੂੰ ਚੈਨਲਸ ਵੀ ਕਿਹਾ ਜਾਂਦਾ ਹੈ। 7 ਨੰਬਰ 'ਤੇ ਆਪਣੇ ਕੋਲ ਆਉਂਦਾ ਗਾ ਸਰਜੀਕਲ ਟੇਬਲ। ਸਰਜੀਕਲ ਟੇਬਲ ਆਰ ਨੈਸੈਸਿਟੀਜ਼ ਫॉर द ਹਸਪੀਟਲ, ਮਤਲਬ ਇਹ ਹਰ ਹਸਪੀਟਲ ਦੀ ਜ਼ਰੂਰਤ ਹੈ। ਫॉर ਪੇਸ਼ੈਂਟ ਪ੍ਰੈਪਰੇਸ਼ਨ, ਸਰਜੀਕਲ ਪ੍ਰੋਸੀਜਰ ਐਂਡ ਰਿਕਵਰੀ, ਮਤਲਬ ਸਰਜਰੀ ਕਰਨ ਦੇ ਲਈ ਜਾਂ ਸਰਜਰੀ ਤੋਂ ਬਾਅਦ ਰਿਕਵਰੀ ਕਰਨ ਦੇ ਲਈ ਜਿਹੜੇ ਸਰਜੀਕਲ ਟੇਬਲ ਨੇ ਉਹ ਚਾਹੀਦੇ ਹੁੰਦੇ ਨੇ, ਠੀਕ ਹੈ। ਤਾਂ ਸਰਜੀਕਲ ਟੇਬਲ ਕਿਸ ਤਰ੍ਹਾਂ ਦਿਖਦਾ ਹੈ ਉਹ ਤੁਸੀਂ ਨੈਕਸਟ ਇਮੇਜ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਹੁੰਦਾ ਹੈ, ਬਣਿਆ ਹੁੰਦਾ ਹੈ, ਠੀਕ ਹੈ। ਤਾਂ ਸਟ੍ਰੈਚਰ ਤੇ ਸਰਜੀਕਲ ਟੇਬਲ ਦੋਨਾਂ 'ਚ ਬਹੁਤ ਡਿਫਰੈਂਸ ਹੈ, ਤਾਂ ਦੋਨਾਂ ਦੀ ਤੁਸੀਂ ਪਹਿਚਾਣ ਕਰ ਸਕਦੇ ਹੋ, ਓਕੇ। ਸਟ੍ਰੈਚਰ ਸਿਰਫ ਟਰਾਂਸਪੋਰਟ ਲਈ ਹੁੰਦਾ, ਤਾਂ ਇਹ ਸਰਜੀਕਲ ਟੇਬਲ ਜਿਹੜਾ ਹੈਗਾ ਇਸ ਦੇ ਉੱਪਰ ਪੇਸ਼ੈਂਟ ਨੂੰ ਪਾ ਕੇ ਸਰਜਰੀ ਪਰਫਾਰਮ ਕੀਤੀ ਜਾਂਦੀ ਹੈ। ਨੰਬਰ 8 ਤੇ ਆਪਣੇ ਕੋਲ ਆਉਂਦਾ ਬਲੈਂਕਟ ਐਂਡ ਫਲੂਇਡ ਵਾਰਮਰ। ਕੋਈ ਫਲੂਇਡ ਜਿਹੜਾ ਹੈਗਾ, ਮਤਲਬ ਕੋਈ ਵੀ ਤਰਲ, ਜਿਵੇਂ ਪਲਾਜ਼ਮਾ ਹੋ ਗਿਆ ਮੰਨ ਲਓ ਐਗਜ਼ਾਮਪਲ ਦੇ ਤੌਰ ਤੇ, ਤਾਂ ਕਿਸੇ ਫਲੂਇਡ ਨੂੰ ਗਰਮ ਕਰਨ ਦੇ ਲਈ ਜਾਂ ਬਲੈਂਕਟ ਜੋ ਬੈੱਡ ਸ਼ੀਟ ਵਗੈਰਾ ਜਾਂ ਪੇਸ਼ੈਂਟ ਦੇ ਉੱਪਰ ਲਿਆਂਦਾ ਜੋ ਕੱਪੜਾ ਹੈ, ਠੀਕ ਹੈ, ਤਾਂ ਉਹਨਾਂ ਨੂੰ ਗਰਮ ਕਰਨ ਦੇ ਲਈ ਕੁਝ ਵਾਰਮਰ ਵੀ ਯੂਜ਼ ਕੀਤੇ ਜਾ ਸਕਦੇ ਨੇ ਹਸਪੀਟਲ ਦੇ ਵਿੱਚ। ਸੋ ਬੋਡੀ ਟੈਂਪਰੇਚਰ ਦੈਟ ਆਰ ਨਾਟ ਮੇਨਟੇਨਡ ਡੂਰਿੰਗ ਸਰਜਰੀ ਕੈਨ ਲੀਡ ਟੂ ਪੋਸਟ ਸਰਜੀਕਲ ਕੰਪਲੀਕੇਸ਼ਨ, ਮਤਲਬ ਸਰਜਰੀ ਦੇ ਦੌਰਾਨ ਅਗਰ ਬੋਡੀ ਟੈਂਪਰੇਚਰ ਮੇਨਟੇਨ ਨਾ ਕੀਤਾ ਜਾਵੇ ਤਾਂ ਉਹਦੇ ਮਤਲਬ ਬਹੁਤ ਬੁਰੇ ਪ੍ਰਭਾਵ ਹੋ ਸਕਦੇ ਹਨ, ਠੀਕ ਹੈ। ਜਿਵੇਂ ਕਿ ਪੈਰੀ ਓਪਰੇਟਿਵ ਹਾਈਪੋਥਰਮੀਆ, ਮਤਲਬ ਆਪਰੇਟ ਕਰਦੇ ਹੋਏ ਟੈਂਪਰੇਚਰ ਦਾ ਘਟਨਾ, ਬੋਡੀ ਟੈਂਪਰੇਚਰ ਦਾ ਘਟਨਾ, ਤਾਂ ਉਹਨੂੰ ਬੋਲਿਆ ਜਾਂਦਾ ਹੈਗਾ ਹਾਈਪੋਥਰਮੀਆ। ਹਾਈਪੋ ਮਤਲਬ ਘੱਟ, ਥਰਮੀਆ ਮਤਲਬ ਟੈਂਪਰੇਚਰ, ਤਾਂ ਟੈਂਪਰੇਚਰ ਨਾਰਮਲ ਤੋਂ ਘੱਟ ਜਾਣਾ ਉਹ ਹਾਈਪੋਥਰਮੀਆ ਹੁੰਦਾ ਹੈ। ਸੋ ਇਸ ਹਾਈਪੋਥਰਮੀਆ ਕਾਰਨ ਜਿਹੜੀ ਸਰਜਰੀ ਤੋਂ ਬਾਅਦ ਦੀ ਰਿਕਵਰੀ ਉਹ ਬਹੁਤ ਜ਼ਿਆਦਾ ਡਿਲੇ ਹੋ ਸਕਦੀ ਹੈ, ਮਤਲਬ ਪੇਸ਼ੈਂਟ ਜਲਦੀ ਰਿਕਵਰ ਨਹੀਂ ਹੁੰਦਾ। ਸੋ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨ ਦੇ ਲਈ ਬਲੈਂਕਟ ਵਾਰਮਰ ਜਾਂ ਫਲੂਇਡ ਵਾਰਮਰ ਜਿਹੜੇ ਹੈਗੇ ਨੇ ਹਸਪੀਟਲ ਦੇ ਵਿੱਚ ਹੋਣੇ ਚਾਹੀਦੇ ਨੇ, ਜੋ ਟੈਂਪਰੇਚਰ ਨੂੰ ਮੇਨਟੇਨ ਕਰ ਸਕਣ, ਠੀਕ ਹੈ। ਤਾਂ ਇਹ ਹੈ, ਦੇਖੋ ਤੁਸੀਂ ਦੇਖ ਰਹੇ ਹੋ ਹੌਟਲਾਈਨ ਫਲੂਇਡ ਵਾਰਮਰ ਇਸ ਮਸ਼ੀਨ ਦੇ ਉੱਪਰ ਲਿਖਿਆ ਹੋਇਆ ਹੈਗਾ, ਤਾਂ ਤੁਸੀਂ ਇਹਦੀ ਵੀ ਪਹਿਚਾਣ ਕਰ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਦਿਖਦੀ ਹੈ। ਸੋ ਅਗਲਾ ਇੰਸਟਰੂਮੈਂਟ ਆਪਣੇ ਕੋਲ ਆਉਂਦਾ ਗਾ electrosurgical units. An electrosurgical unit is used in surgery to cut, coagulate or otherwise alter the tissue. ਮਤਲਬ ਕਿਸੇ ਟਿਸ਼ੂ ਨੂੰ, ਕਿਉਂਕਿ ਦੇਖੋ ਆਪਾਂ ਸਰਜਰੀ ਦੀ ਗੱਲ ਕਰ ਰਹੇ ਤਾਂ ਕਾਮਨ ਸੈਂਸ ਆ ਵੀ ਇੱਥੇ ਚੀਰ ਫਾੜ ਹੁੰਦੀ ਹੈ ਟਿਸ਼ੂ ਦੀ, ਠੀਕ ਹੈ। ਤੇ ਸੈੱਲ ਜਾਂ ਟਿਸ਼ੂ ਨੂੰ ਅਦਰਵਾਈਜ਼ ਮਤਲਬ ਅਲਟਰ ਕਰਨ ਦੇ ਲਈ ਜਾਂ ਉਹਨੂੰ ਕੱਟ ਕਰਨ ਦੇ ਲਈ ਜਾਂ ਉਹਨੂੰ ਕੋਐਗੂਲੇਟ ਕਰਨ ਦੇ ਲਈ, ਕੋਐਗੂਲੇਟ ਦਾ ਮਤਲਬ ਹੁੰਦਾ ਗਾ ਵੀ ਕੱਟੇ ਹੋਏ ਨੂੰ ਜੋੜਨ ਦੇ ਲਈ, ਤਾਂ ਉੱਥੇ ਇਹ ਇਲੈਕਟ੍ਰੋਸਰਜੀਕਲ ਯੂਨਿਟ ਵਰਤੀ ਜਾਂਦੀ ਹੈ। ਸੋ ਇਸ ਮਸ਼ੀਨ ਦਾ ਸਭ ਤੋਂ ਵੱਡਾ ਫਾਇਦਾ ਕੀ ਹੈ ਕਿ ਜਦੋਂ ਡਾਕਟਰ ਨੇ ਕਿਸੇ ਟਿਸ਼ੂ ਨੂੰ ਕੱਟ ਕਰਨਾ ਹੁੰਦਾ ਜਾਂ ਕੋਐਗੂਲੇਟ ਕਰਨਾ ਹੁੰਦਾ ਜਾਂ ਫਿਰ ਅਲਟਰ ਕਰਨਾ ਹੁੰਦਾ, ਤਾਂ ਉੱਥੇ ਬਲੱਡ ਸਪਲਾਈ ਜਿਹੜੀ ਹੈਗੀ ਆ ਉਹਨੂੰ ਲਿਮਿਟ 'ਚ ਰੱਖਣ ਦੇ ਲਈ ਇਹ ਮਸ਼ੀਨ ਕੰਮ ਕਰਦੀ ਹੈ। ਅਤੇ ਇਹਦੇ ਨਾਲ ਹੋਰ ਵੱਡਾ ਫਾਇਦਾ ਇਹ ਹੁੰਦਾ ਗਾ ਕਿ ਆਪਰੇਸ਼ਨ ਦੇ ਦੌਰਾਨ ਬਲੱਡ ਲੋਸ ਜਿਹੜਾ ਹੈਗਾ ਘੱਟ ਤੋਂ ਘੱਟ ਹੁੰਦਾ ਗਾ। ਸੋ ਇਹ ਹੈ ਇਲੈਕਟ੍ਰੋਸਰਜੀਕਲ ਯੂਨਿਟ, ਇਹ ਇਸ ਤਰ੍ਹਾਂ ਦਾ
ਜਿਹੜਾ ਹੈਗਾ ਮਤਲਬ ਇਹ ਦਿਖਦਾ ਹੈ, ਠੀਕ ਹੈ। ਸੋ ਨੈਕਸਟ ਆਪਣਾ ਆਉਂਦਾ ਗਾ ਸਰਜੀਕਲ ਲਾਈਟਸ। ਸਰਜੀਕਲ ਲਾਈਟਸ ਆਰ ਮੈਂਡੇਟਰੀ ਪਾਰਟ ਆਫ ਐਨੀ ਸਰਜੀਕਲ ਸੈਟਿੰਗ ਟੂ ਹੈਲਪ ਦਾ ਸਰਜਨ ਵਰਕ ਅੰਡਰ ਐਡਿਕੁਏਟ ਲਾਈਟਨਿੰਗ ਕੰਡੀਸ਼ਨ। ਪ੍ਰੋਪਰ ਲਾਈਟਿੰਗ ਕੰਡੀਸ਼ਨ ਬਹੁਤ ਜ਼ਰੂਰੀ ਹੁੰਦੀ ਹੈ ਆਪਰੇਸ਼ਨ ਦੇ ਦੌਰਾਨ, ਠੀਕ ਹੈ। ਸੋ ਹਸਪੀਟਲ ਦੇ ਕੋਲ ਇਸ ਦੇ ਲਈ ਆਪਦਾ ਬੈਕਅਪ ਵੀ ਹੁੰਦਾ ਹੈ, ਕਿਉਂਕਿ ਜਿਹੜੀ ਲਾਈਟ ਬਾਹਰੋਂ ਸਪਲਾਈ ਹੋ ਰਹੀ ਹੈ ਗ੍ਰਿਡ ਤੋਂ, ਉਹਦਾ ਪਤਾ ਨਹੀਂ ਲਾਈਟ ਕਦੋਂ ਬੰਦ ਹੋ ਜਾਏ ਡੂਰਿੰਗ ਆਪਰੇਸ਼ਨ, ਤਾਂ ਇਹ ਬਹੁਤ ਖਤਰਨਾਕ ਹੋ ਸਕਦਾ ਹੈ। ਸੋ ਉਸ ਨੂੰ ਅਵੋਇਡ ਕਰਨ ਦੇ ਲਈ ਹਸਪੀਟਲ ਕੋਲ ਆਪਣਾ ਬੈਕਅਪ ਹੁੰਦਾ ਹੈ, ਅਤੇ ਨਾਲ ਹੀ ਸਰਜੀਕਲ ਲਾਈਟਸ ਪ੍ਰੋਪਰ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਆਪਰੇਸ਼ਨ ਦੇ ਦੌਰਾਨ ਕੋਈ ਦਿੱਕਤ ਨਾ ਆਵੇ। ਸੋ ਇਸ ਇਮੇਜ ਤੁਸੀਂ ਦੇਖ ਸਕਦੇ ਹੋ ਕਿ ਸਰਜੀਕਲ ਲਾਈਟ ਕਿਸ ਤਰ੍ਹਾਂ ਦੀਆਂ ਦਿਖਦੀਆਂ ਨੇ। ਸੋ ਉਮੀਦ ਹੈ ਵੀਡੀਓ ਪਸੰਦ ਆਵੇਗਾ। ਬਹੁਤ ਵਧੀਆ ਜਾਣਕਾਰੀ ਤੁਹਾਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ। ਸੋ ਇਸ ਤਰ੍ਹਾਂ ਦੀ ਜਾਣਕਾਰੀਆਂ ਨੂੰ ਲੈਂਦੇ ਰਹਿਣ ਦੇ ਲਈ ਚੈਨਲ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲੋ, ਅਤੇ ਹੋਰਾਂ ਨਾਲ ਵੀ ਇਸ ਮਹੱਤਵਪੂਰਨ ਜਾਣਕਾਰੀ ਨੂੰ ਸ਼ੇਅਰ ਕਰੋ। ਥੈਂਕ ਯੂ।